आओ बच्चों, चार दोस्त ਹਨ ਜਿਨ੍ਹਾਂ ਕੋਲ ਚਾਰ ਅਲੱਗ-ਅਲੱਗ ਲੰਬਾਈ ਦੀਆਂ ਸੋਟੀਆਂ ਹਨ। ਉਹ ਇਹਨਾਂ ਚਾਰਾਂ ਸੋਟੀਆਂ ਨੂੰ ਮਿਲਾ ਕੇ ਇੱਕ ਬੰਦ ਆਕ੍ਰਿਤੀ ਬਣਾਉਂਦੇ ਹਨ। ਕੀ ਅਸੀਂ ਇਸ ਚਾਰਾਂ ਸੋਟੀਆਂ ਦੀ ਲੰਬਾਈ ਪਤਾ ਕਰ ਸਕਦੇ ਹਾਂ? ਜਿਵੇਂ ਕਿ ਸਾਡੇ ਕੋਲ ਬੰਦ ਆਕ੍ਰਿਤੀ ਬਣੀ ਹੈ ਜਿਸ ਦਾ ਨਾਮ ਅਸੀਂ ਰੱਖਦੇ ਹਾਂ A, B, C, D। ਅਸੀਂ ਕੁੱਲ ਲੰਬਾਈ ਪਤਾ ਕਰਨ ਲਈ AB ਜਮਾ BC ਜਮਾ CD ਜਮਾ DA ਸਾਰੀਆਂ ਲੰਬਾਈਆਂ ਦਾ ਜੋੜ ਕਰਦੇ ਹਾਂ, ਜਿਸ ਦਾ ਸਾਡੇ ਕੋਲ ਕੁੱਲ ਮਾਪ 45 ਆ ਜਾਵੇਗਾ। ਬੱਚਿਓ, ਜਿਹੜੀ ਅਸੀਂ ਕੁੱਲ ਸੋਟੀਆਂ ਦੀ ਲੰਬਾਈ ਪਤਾ ਕੀਤੀ ਹੈ ਉਹ ਬੰਦ ਆਕ੍ਰਿਤੀ ਦਾ ਪਰਿਮਾਪ ਹੈ। ਭਾਵ ਕਿ ਪਰਿਮਾਪ ਇੱਕ ਬੰਦ ਆਕ੍ਰਿਤੀ ਦੇ ਚਾਰ ਚੁਫੇਰੇ ਦੀ ਦੂਰੀ ਹੈ, ਜਾਂ ਪਰਿਮਾਪ ਉਹ ਰਸਤਾ ਹੈ ਜੋ ਦੋ ਪਸਾਰੀ ਆਕ੍ਰਿਤੀ ਨੂੰ ਘੇਰਦਾ ਹੈ। ਆਓ ਬੱਚਿਓ, ਹੁਣ ਅਸੀਂ ਅਲੱਗ-ਅਲੱਗ ਆਕ੍ਰਿਤੀਆਂ ਦੇ ਪਰਿਮਾਪ ਬਾਰੇ ਜਾਣੀਏ। ਸਭ ਤੋਂ ਪਹਿਲਾਂ ਤ੍ਰਿਭੁਜ ਦਾ ਪਰਿਮਾਪ। ਤ੍ਰਿਭੁਜ ਦਾ ਪਰਿਮਾਪ ਪਤਾ ਕਰਨ ਲਈ ਜਿਵੇਂ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਪਰਿਮਾਪ ਇੱਕ ਬੰਦ ਆਕ੍ਰਿਤੀ ਦੇ ਚਾਰ ਚੁਫੇਰੇ ਦੀ ਦੂਰੀ ਹੈ। ਇਸ ਲਈ ਤ੍ਰਿਭੁਜ ਦਾ ਪਰਿਮਾਪ ਭਾਵ ਕਿ ਸਾਰੀਆਂ ਭੁਜਾਵਾਂ ਦਾ ਜੋੜ। ਸੋ ਇਸ ਕਰਕੇ ਤ੍ਰਿਭੁਜ ਦਾ ਪਰਿਮਾਪ ਸਾਡੇ ਕੋਲ ਉਸ ਦੀਆਂ ਤਿੰਨਾਂ ਭੁਜਾਵਾਂ ਨੂੰ ਜੋੜਨ ਤੇ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਵਰਗ ਦਾ ਪਰਿਮਾਪ ਪਤਾ ਕਰਾਂਗੇ। ਵਰਗ ਦੀਆਂ ਚਾਰੇ ਭੁਜਾਵਾਂ ਦਾ ਜੋੜ ਕਰਨ ਤੇ ਸਾਨੂੰ ਵਰਗ ਦਾ ਪਰਿਮਾਪ ਪ੍ਰਾਪਤ ਹੁੰਦਾ ਹੈ। ਭਾਵ ਕਿ ਵਰਗ ਦਾ ਪਰਿਮਾਪ 4 ਗੁਣਾ ਭੁਜਾ ਦੀ ਲੰਬਾਈ। ਇਸੇ ਤਰ੍ਹਾਂ ਅਸੀਂ ਆਇਤ ਦਾ ਪਰਿਮਾਪ ਪਤਾ ਕਰਾਂਗੇ। ਆਇਤ ਦਾ ਪਰਿਮਾਪ ਭਾਵ ਕਿ ਉਸ ਦੀ ਲੰਬਾਈ ਅਤੇ ਚੌੜਾਈ ਦਾ ਕੁੱਲ ਜੋੜ। ਇਸ ਲਈ ਆਇਤ ਦਾ ਪਰਿਮਾਪ ਸਾਡੇ ਕੋਲ ਉਸ ਦਾ ਸੂਤਰ 2 ਗੁਣਾ ਲੰਬਾਈ ਜਮਾ ਚੌੜਾਈ ਹੁੰਦਾ ਹੈ। ਹੇਠਾਂ ਦਿੱਤੀਆਂ ਗਈਆਂ ਬੰਦ ਆਕ੍ਰਿਤੀਆਂ ਨੂੰ ਵੇਖੋ। ਇਹ ਸਾਰੀਆਂ ਆਕ੍ਰਿਤੀਆਂ ਤਲ ਤੇ ਕੁਝ ਖੇਤਰ ਨੂੰ ਘੇਰਦੀਆਂ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਆਕ੍ਰਿਤੀ ਜ਼ਿਆਦਾ ਖੇਤਰ ਘੇਰਦੀ ਹੈ? ਬੰਦ ਆਕ੍ਰਿਤੀਆਂ ਦੁਆਰਾ ਘੇਰੇ ਗਏ ਤਲ ਦੇ ਪਰਿਮਾਣ ਨੂੰ ਉਸ ਦਾ ਖੇਤਰਫਲ ਕਹਿੰਦੇ ਹਨ। ਇਸ ਲਈ ਕੀ ਤੁਸੀਂ ਦੱਸ ਸਕਦੇ ਹੋ ਕਿ ਉੱਪਰ ਦਿੱਤੀਆਂ ਆਕ੍ਰਿਤੀਆਂ ਵਿੱਚ ਕਿਸ ਦਾ ਖੇਤਰਫਲ ਜ਼ਿਆਦਾ ਹੈ? ਹੁਣ ਅਸੀਂ ਹੇਠਾਂ ਦਿੱਤੀਆਂ ਗਈਆਂ ਆਕ੍ਰਿਤੀਆਂ ਨੂੰ ਦੇਖਦੇ ਹਾਂ। ਇਹਨਾਂ ਵਿੱਚੋਂ ਕਿਸ ਆਕ੍ਰਿਤੀ ਦਾ ਖੇਤਰਫਲ ਜ਼ਿਆਦਾ ਹੈ? ਇਹਨਾਂ ਆਕ੍ਰਿਤੀਆਂ ਨੂੰ ਦੇਖਣ ਤੇ ਇਹ ਦੱਸਣਾ ਬਹੁਤ ਮੁਸ਼ਕਿਲ ਹੋਵੇਗਾ ਕਿ ਇਸ ਵਿੱਚੋਂ ਕਿਸ ਦਾ ਖੇਤਰਫਲ ਜ਼ਿਆਦਾ ਹੈ। ਇਹਨਾਂ ਨੂੰ ਇੱਕ ਵਰਗਾਕਾਰ ਪੇਪਰ ਜਾਂ ਗ੍ਰਾਫ ਤੇ ਰੱਖੋ, ਜਿੱਥੇ ਹਰੇਕ ਵਰਗ ਦੀ ਮਾਪ 1 ਸੈਂਟੀਮੀਟਰ ਗੁਣਾ 1 ਸੈਂਟੀਮੀਟਰ ਹੋਵੇ। ਇਹਨਾਂ ਆਕ੍ਰਿਤੀਆਂ ਦੀ ਬਾਹਰੀ ਰੂਪ ਰੇਖਾ ਭਾਵ ਬਾਹਰੀ ਸੀਮਾ ਖਿੱਚੋ। ਇਹਨਾਂ ਆਕ੍ਰਿਤੀਆਂ ਵੱਲੋਂ ਘੇਰੇ ਗਏ ਵਰਗਾਂ ਨੂੰ ਵੇਖੋ। ਤੁਸੀਂ ਦੇਖੋਗੇ ਇਹਨਾਂ ਵਿੱਚੋਂ ਕੁਝ ਪੂਰੇ ਵਰਗ, ਕੁਝ ਅੱਧੇ ਵਰਗ, ਕੁਝ ਅੱਧੇ ਤੋਂ ਘੱਟ ਅਤੇ ਕੁਝ ਅੱਧੇ ਤੋਂ ਜ਼ਿਆਦਾ ਵਰਗ ਘੇਰਦੇ ਹਨ। ਆਕ੍ਰਿਤੀ ਦੁਆਰਾ ਘੇਰੇ ਗਏ ਜ਼ਰੂਰੀ ਸੈਂਟੀਮੀਟਰ ਵਰਗ ਦੀ ਸੰਖਿਆ ਹੀ ਉਸ ਦਾ ਖੇਤਰਫਲ ਹੈ। ਇੱਥੇ ਤੁਸੀਂ ਇੱਕ ਪੂਰੇ ਵਰਗ ਦੇ ਖੇਤਰਫਲ ਨੂੰ ਅਸੀਂ 1 ਵਰਗ ਇਕਾਈ
ਲੈਂਦੇ ਹਾਂ। ਜੇਕਰ ਇਹ ਵਰਗ 1 ਵਰਗ ਸੈਂਟੀਮੀਟਰ ਦੇ ਹਨ ਤਾਂ ਇੱਕ ਪੂਰੇ ਵਰਗ ਦਾ ਖੇਤਰਫਲ 1 ਵਰਗ ਸੈਂਟੀਮੀਟਰ ਹੋਵੇਗਾ। ਜਿਨ੍ਹਾਂ ਵਰਗਾਂ ਦਾ ਅੱਧ ਤੋਂ ਘੱਟ ਭਾਗ ਆਕ੍ਰਿਤੀ ਵਿੱਚ ਘਿਰਿਆ ਹੈ ਉਹਨਾਂ ਵੱਲ ਧਿਆਨ ਨਾ ਦਿਓ, ਉਹਨਾਂ ਨੂੰ ਛੱਡ ਦਿਓ। ਜੇਕਰ ਕਿਸੇ ਵਰਗ ਦਾ ਅੱਧੇ ਤੋਂ ਵੱਧ ਭਾਗ ਆਕ੍ਰਿਤੀ ਵਿੱਚ ਘਿਰਿਆ ਹੈ ਤਾਂ ਅਜਿਹੇ ਵਰਗ ਨੂੰ ਅਸੀਂ ਪੂਰਾ ਵਰਗ ਹੀ ਗਿਣਦੇ ਹਾਂ। ਜੇਕਰ ਕਿਸੇ ਵਰਗ ਦਾ ਠੀਕ ਅੱਧਾ ਭਾਗ ਗਿਣਤੀ ਵਿੱਚ ਆਉਂਦਾ ਹੈ ਤਾਂ ਅਜਿਹੇ ਵਰਗ ਦੇ ਖੇਤਰਫਲ ਨੂੰ ਅੱਧਾ ਵਰਗ ਇਕਾਈ ਲਵਾਂਗੇ। ਇਸ ਤਰ੍ਹਾਂ ਅਸੀਂ ਲੋੜੀਂਦੇ ਖੇਤਰਫਲ ਦਾ ਅੰਦਾਜ਼ਾ ਚੰਗੀ ਤਰ੍ਹਾਂ ਲਗਾ ਸਕਦੇ ਹਾਂ। ਹੁਣ ਆਪਾਂ ਜੋ ਆਕ੍ਰਿਤੀਆਂ ਗ੍ਰਾਫ ਤੇ ਖਿੱਚੀਆਂ ਸੀ ਉਹਨਾਂ ਦਾ ਖੇਤਰਫਲ ਪਤਾ ਕਰਦੇ ਹਾਂ। ਪਹਿਲੀ ਆਕ੍ਰਿਤੀ ਵਿੱਚ ਪੂਰੇ ਘਿਰੇ ਹੋਏ ਵਰਗਾਂ ਦੀ ਸੰਖਿਆ 11 ਹੈ। ਇਸ ਕਰਕੇ ਇਸ ਦਾ ਅੰਦਾਜ਼ਨ ਖੇਤਰਫਲ 11 ਵਰਗ ਇਕਾਈਆਂ ਹਨ। ਅੱਧੇ ਘਿਰੇ ਹੋਏ ਵਰਗਾਂ ਦੀ ਸੰਖਿਆ 3 ਹੈ। ਇਸ ਕਰਕੇ ਇਸ ਦਾ ਖੇਤਰਫਲ 3 ਗੁਣਾ 1/2 ਹੋਵੇਗਾ। ਅੱਧੇ ਤੋਂ ਜ਼ਿਆਦਾ ਘਿਰੇ ਹੋਏ ਵਰਗਾਂ ਦੀ ਸੰਖਿਆ 7 ਹੈ। ਇਸ ਦਾ ਖੇਤਰਫਲ 7 ਹੀ ਲਵਾਂਗੇ। ਅੱਧੇ ਤੋਂ ਘੱਟ ਘਿਰੇ ਹੋਏ ਵਰਗਾਂ ਦੀ ਸੰਖਿਆ 9 ਹੈ, ਜਿਨ੍ਹਾਂ ਨੂੰ ਆਪਾਂ ਛੱਡ ਦੇਣਾ ਹੈ। ਇਸ ਕਰਕੇ ਇਸ ਆਕ੍ਰਿਤੀ ਦਾ ਕੁੱਲ ਖੇਤਰਫਲ 11 ਜਮਾ 3 ਗੁਣਾ 1/2 ਜਮਾ 7 ਬਰਾਬਰ 19 1/2 ਵਰਗ ਇਕਾਈਆਂ ਹੋਵੇਗਾ। ਇਸੇ ਤਰ੍ਹਾਂ ਦੂਸਰੀ ਆਕ੍ਰਿਤੀ ਵਿੱਚ ਪੂਰੇ ਘਿਰੇ ਹੋਏ ਵਰਗਾਂ ਦੀ ਸੰਖਿਆ 1 ਹੈ ਤਾਂ ਇਸ ਦਾ ਖੇਤਰਫਲ 1 ਵਰਗ ਇਕਾਈ ਹੋਵੇਗਾ। ਅੱਧੇ ਘਿਰੇ ਹੋਏ ਵਰਗਾਂ ਦੀ ਸੰਖਿਆ 0 ਹੈ। ਅੱਧੇ ਤੋਂ ਵੱਧ ਘਿਰੇ ਹੋਏ ਵਰਗ 7 ਹਨ ਤਾਂ ਇਸ ਦਾ ਖੇਤਰਫਲ 7 ਲਵਾਂਗੇ। ਅੱਧੇ ਤੋਂ ਘੱਟ ਘਿਰੇ ਹੋਏ ਵਰਗਾਂ ਦੀ ਸੰਖਿਆ 9 ਹੈ, ਜਿਨ੍ਹਾਂ ਨੂੰ ਆਪਾਂ ਛੱਡ ਦੇਣਾ ਹੈ। ਤਾਂ ਕੁੱਲ ਖੇਤਰਫਲ 1 ਜਮਾ 7 ਬਰਾਬਰ 8 ਵਰਗ ਇਕਾਈਆਂ ਹੋਵੇਗਾ। ਇਸ ਤਰ੍ਹਾਂ ਦੋਨਾਂ ਚਿੱਤਰਾਂ ਤੋਂ ਆਪਾਂ ਦੱਸ ਸਕਦੇ ਹਾਂ ਕਿ ਆਕ੍ਰਿਤੀ 1 ਦਾ ਖੇਤਰਫਲ ਆਕ੍ਰਿਤੀ 2 ਨਾਲੋਂ ਵੱਧ ਹੈ। ਆਓ ਵਰਗਾਕਾਰ ਪੇਪਰ ਦੀ ਸਹਾਇਤਾ ਰਾਹੀਂ ਇੱਕ ਆਇਤ ਦਾ ਖੇਤਰਫਲ ਪਤਾ ਕਰੀਏ, ਜਿਸ ਦੀ ਲੰਬਾਈ 5 ਅਤੇ ਚੌੜਾਈ 3 ਸੈਂਟੀਮੀਟਰ ਹੋਵੇ। ਗ੍ਰਾਫ ਪੇਪਰ ਤੇ ਇੱਕ ਆਇਤ ਬਣਾਓ ਜਿਸ ਦੇ 1 ਸੈਂਟੀਮੀਟਰ ਗੁਣਾ 1 ਸੈਂਟੀਮੀਟਰ ਦੇ ਵਰਗ ਹੋਣ। ਤੁਸੀਂ ਦੇਖੋਗੇ ਕਿ ਇਸ ਆਇਤ ਵਿੱਚ ਪੂਰੇ 15 ਵਰਗ ਟਕੇ ਗਏ ਹਨ। ਤਾਂ ਆਇਤ ਦਾ ਖੇਤਰਫਲ 15 ਵਰਗ ਸੈਂਟੀਮੀਟਰ ਹੋਵੇਗਾ, ਜਿਸ ਨੂੰ ਅਸੀਂ 5 ਗੁਣਾ 3 ਵਰਗ ਸੈਂਟੀਮੀਟਰ ਵੀ ਲਿਖ ਸਕਦੇ ਹਾਂ। ਇਸ ਤੋਂ ਅਸੀਂ ਆਇਤ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ ਵੀ ਨਿਕਾਲ ਸਕਦੇ ਹਾਂ। ਇਸੇ ਤਰ੍ਹਾਂ ਹੁਣ ਅਸੀਂ ਇੱਕ ਵਰਗ ਦਾ ਖੇਤਰਫਲ ਪਤਾ ਕਰਦੇ ਹਾਂ, ਜਿਸ ਦੀ ਭੁਜਾ ਦੀ ਲੰਬਾਈ 4 ਸੈਂਟੀਮੀਟਰ ਹੈ। ਇੱਕ ਵਰਗਾਕਾਰ ਕਾਗਜ਼ ਤੇ 4 ਸੈਂਟੀਮੀਟਰ ਗੁਣਾ 4 ਸੈਂਟੀਮੀਟਰ ਦਾ ਇੱਕ ਵਰਗ ਬਣਾਓ। ਤੁਸੀਂ ਦੇਖੋਗੇ ਕਿ ਇਹ ਵਰਗ ਵਿੱਚ ਕੁੱਲ 16 ਪੂਰੇ ਟਕੇ ਹੋਏ ਵਰਗ ਹਨ। ਇਸ ਲਈ ਵਰਗ ਦਾ ਖੇਤਰਫਲ ਬਰਾਬਰ 16 ਵਰਗ ਸੈਂਟੀਮੀਟਰ ਹੋਵੇਗਾ। ਇਸ ਨੂੰ ਅਸੀਂ 4 ਗੁਣਾ 4 ਵਰਗ ਸੈਂਟੀਮੀਟਰ ਵੀ ਲਿਖ ਸਕਦੇ ਹਾਂ। ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਵਰਗ ਦਾ ਖੇਤਰਫਲ ਬਰਾਬਰ ਹੈ ਭੁਜਾ ਗੁਣਾ ਭੁਜਾ।